हाँ जी बेटे, ਜਿਹੜੇ ਅਸੀਂ ਆ ਦੋ ਅੱਜ ਇੰਪੋਰਟੈਂਟ ਫਾਰਮੂਲੇ ਆ। ਕਿਹੜੀ ਐਕਸਰਸਾਈਜ਼ ਆ? ਜੀ ਤੋਂ ਬਾਅਦ ਐਚ ਐਕਸਰਸਾਈਜ਼ ਆ। ਜੀ ਐਕਸਰਸਾਈਜ਼ ਮੈਂ ਤੁਹਾਨੂੰ ਆਪਣੇ ਆਪ ਕਰਨ ਨੂੰ ਦਿੱਤੀ ਸੀਗੀ। ਐਚ ਐਕਸਰਸਾਈਜ਼ ਦੇ ਜਿਹੜੇ ਦੋ ਫਾਰਮੂਲੇ ਇੰਪੋਰਟੈਂਟ ਆ। ਐਜ਼ ਜਿਵੇਂ ਹੁਣ ਤੁਹਾਡੇ ਆਬਜੈਕਟਿਵ ਟਾਈਪ ਦੇ ਕੁਐਸਚਨ ਵੱਧ ਗਏ ਨੇ ਤਾਂ ਆਹ ਫਾਰਮੂਲਿਆਂ ਦੇ ਕੁਐਸਚਨ ਬਹੁਤ ਆਉਣਗੇ। ਇੱਕ ਮਾਰਕਸ ਦੇ ਅਤੇ 2 ਮਾਰਕਸ ਦੇ ਬਹੁਤ ਜ਼ਿਆਦਾ ਬਣਦੇ ਆ। ਠੀਕ ਹੈ, ਹੁਣ ਤੁਸੀਂ ਜ਼ਿਆਦਾ 1 ਮਾਰਕਸ ਸ਼ੋਰਟ ਕੁਐਸਚਨਾਂ 'ਤੇ ਥੋੜ੍ਹਾ ਜਿਹਾ ਸਟਰੈਸ ਦੇਣੀ ਆ। ਸੈਕਿੰਡ ਫਾਰਮੂਲਾ ਇਹਦਾ ਹੈਗਾ 1/a² ਮਾਈਨਸ x², 1/2 log। ਅਗਰ ਤੁਹਾਡੀ a ਅੱਗੇ ਆ ਤਾਂ ਇੱਥੇ ਕੀ ਆ ਜਾਊਗਾ? a + x ਅਤੇ a - x। ਠੀਕ ਹੈ ਜੀ, ਅਸੀਂ ਦੋ ਫਾਰਮੂਲੇ ਕੀਤੇ ਆ, ਯਾਦ ਕਰੋ ਇਹਨੂੰ। 1/x² ਮਾਈਨਸ a²। ਅਗਰ ਤੁਹਾਡਾ ਅੱਗੇ ਅਨਨੋਨ ਵੇਰੀਏਬਲ ਆ ਦੈਨ ਉਹਦਾ ਸਾਈਨ ਡਿਨੋਮੀਨੇਟਰ ਤੋਂ ਅਸੀਂ ਐਵੇਂ ਚੱਕਣਾ। ਕੀ ਆਊਗਾ ਫਾਰਮੂਲਾ? ਬੋਲੋ ਸਾਰੇ। 1/2a log, ਮਤਲਬ ਪਹਿਲਾਂ ਐਜ਼ ਇਟ ਇਜ਼ ਡਿਨੋਮੀਨੇਟਰ ਫਿਰ ਆਪੋਜ਼ਿਟ ਸਾਈਨ, ਯਾਦ ਰੱਖਣ ਦਾ ਤਰੀਕਾ। ਸੈਕਿੰਡ ਫਾਰਮੂਲਾ, ਅਗਰ ਕੌਨਸਟੈਂਟ ਅੱਗੇ ਆ ਜਾਵੇ ਦੈਨ ਅਸੀਂ ਡਿਨੋਮੀਨੇਟਰ ਦਾ ਸਾਈਨ ਚੇਂਜ ਕਰਕੇ ਨਿਊਮੀਨੇਟਰ 'ਚ ਲਿਖਣਾ। ਬੋਲੋ 1/2a log a + x a - x। ਠੀਕ ਹੈ, ਹੁਣ ਆਪਾਂ ਇਹਦੇ ਸਮ ਕਰੀਏ। ਵਿੱਚ ਨੂੰ ਜਿੱਥੇ ਲੱਗੇ ਪੋਜ਼ ਕਰ ਤੇ ਇਹ ਉਸ ਤੋਂ ਬਾਅਦ ਸਾਡੇ ਕੋਲੋਂ ਦੋ ਰਿਜ਼ਲਟ ਆ ਵਾ। ਥਰਡ ਰਿਜ਼ਲਟ ਕੀ ਹੈ? ਅਗਰ ਨੀਚੇ ਕੁਆਡਰੇਟਿਕ ਇਕੁਏਸ਼ਨ ਹੋਵੇ, ਅਗਰ ਮੇਰੀ ਨੀਚੇ ਕੁਆਡਰੇਟਿਕ ਇਕੁਏਸ਼ਨ ਹੋਵੇ ਜਿਵੇਂ x² + x + 1, ਇਹ ਤੁਸੀਂ ਯਾਦ ਹੀ ਰੱਖ ਲਓ। ਜਦੋਂ ਡਿਨੋਮੀਨੇਟਰ ਦੇ ਵਿੱਚ ਕੁਆਡਰੇਟਿਕ ਇਕੁਏਸ਼ਨ ਹੋਵੇ ਉਦੋਂ ਅਸੀਂ ਕੀ ਕਰਨਾ? ਉਹਦਾ ਕੰਪਲੀਟ ਸਕੁਅਰ ਬਣਾ ਲੈਣਾ। ਕੰਪਲੀਟ ਸਕੁਅਰ ਬਣਾਉਣਾ। ਕੰਪਲੀਟ ਸਕੁਅਰ ਦੀ ਫਸਟ ਕੰਡੀਸ਼ਨ ਕੀ ਹੈ ਕਿ x² ਦਾ ਕੋਐਫੀਸ਼ੀਐਂਟ ਸ਼ੁੱਡ ਬੀ ਯੂਨਿਟੀ। ਠੀਕ ਹੈ, ਉਸ ਤੋਂ ਬਾਅਦ ਫੋਰਥ ਜਿਹੜੀ ਟਾਈਪ ਆ ਉਹ ਇਹ ਹੈ ਕਿ ਜੇ ਉੱਪਰ ਲੀਨੀਅਰ ਇਕੁਏਸ਼ਨ ਆ ਤੇ ਨੀਚੇ ਤੁਹਾਡੇ ਕੋਲ ਹੈਗੀ ਹੈ ਕੁਆਡਰੇਟਿਕ ਇਕੁਏਸ਼ਨ। ਲੀਨੀਅਰ ਮਤਲਬ ਜਿਹਦੀ ਪਾਵਰ 1 ਹੋਊਗੀ, ਜੇ ਉੱਪਰ ਲੀਨੀਅਰ ਆ ਨੀਚੇ ਕੁਆਡਰੇਟਿਕ ਆ, ਮਤਲਬ ਲੀਨੀਅਰ ਮਤਲਬ ਕਿ x + 5 ਕੁਝ ਵੀ ਹੋ ਸਕਦਾ। ਠੀਕ ਹੈ, ਇਹ ਚੀਜ਼ ਦਾ ਥੋੜਾ ਪੁਰਾਣਾ ਰੂਲ ਆ। ਉਹ ਵਾਲਾ ਰੂਲ ਆ ਗਿਆ ਕਿ ਅਗਰ ਡਿਨੋਮੀਨੇਟਰ 'ਚ ਜ਼ਿਆਦਾ ਪਾਵਰ ਆ ਨਿਊਮੀਨੇਟਰ 'ਚ ਘੱਟ ਪਾਵਰ ਆ, ਉਹੀ ਇਹਦੇ ਵਿੱਚ ਕੀ ਕਹਿੰਦਾ ਕਿ ਨੀਚੇ ਕੁਆਡਰੇਟਿਕ ਆ, ਕੁਆਡਰੇਟਿਕ ਦੀ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਲੀਨੀਅਰ, ਤਾਂ ਅਸੀਂ ਨਿਊਮੀਨੇਟਰ ਨੂੰ ਡਿਨੋਮੀਨੇਟਰ ਦਾ ਕੀ ਬਣਾਉਣਾ ਵਾ? ਡੈਰੀਵੇਟਿਵ। ਉਹ ਆਪਣਾ ਜਿਵੇਂ ਮਰਜ਼ੀ ਬਣਾਓ ਦਿਮਾਗ ਲਗਾ ਕੇ। ਠੀਕ ਹੈ ਜੀ। ਹੁਣ ਕੁਐਸਚਨ ਦੇਖੋ। ਫਸਟ ਕੁਐਸਚਨ ਦੈਟ ਇਜ਼ ਵੈਰੀ ਇੰਪੋਰਟੈਂਟ। ਇਹ ਕੁਐਸਚਨ ਇਸ ਟਾਈਪ ਦੇ ਮੈਂ ਕਹਿ ਰਹੀ ਸੀ 1 ਮਾਰਕਸ ਦੇ ਕਵਰ ਹੁੰਦੇ ਆ। ਫਸਟ ਐਗਜ਼ਾਮਪਲ ਇਹ ਹੈ, ਇਹਨੂੰ ਅਸੀਂ ਕੀ ਦੇਖ ਸਕਦੇ ਹਾਂ? 16 4 ਦਾ ਸਕੁਅਰ। ਇਹ ਕੀ ਬਣ ਗਿਆ? x² - a²। a ਦਾ ਨਾਮ ਕੀ ਆ? 4। ਇੱਥੇ ਕੀ ਨਾਮ ਜੂਗਾ? 1/a log x ਦਾ ਨਾਮ ਕੀ ਆ? x। ਕਈ ਵਾਰ ਇੱਥੇ x ਦਾ ਨਾਮ ਕੁਝ ਹੋਰ ਹੋ ਸਕਦਾ। x - 4 x + 4। ਠੀਕ ਹੈ, ਨੈਕਸਟ ਕੁਐਸਚਨ ਦੇਖੋ। ਇਹਦੇ ਵਿੱਚ ਕੀ ਹੈ? ਇਹ ਕੀ ਹੈ? ਕੁਆਡਰੇਟਿਕ ਇਕੁਏਸ਼ਨ। ਜੇ ਨਿਊਮੀਨੇਟਰ ਖਾਲੀ ਹੋਵੇ, ਡਿਨੋਮੀਨੇਟਰ 'ਚ ਸਿਰਫ ਕੁਆਡਰੇਟਿਕ ਇਕੁਏਸ਼ਨ ਹੋਵੇ, ਫਿਰ ਅਸੀਂ ਇਹਦਾ ਕੀ ਬਣਾ ਲੈਂਦੇ ਹਾਂ? ਕੰਪਲੀਟ ਸਕੁਅਰ। ਠੀਕ ਹੈ, ਇਹ ਕੀ ਬਣ ਜਾਊਗਾ? ਕੰਪਲੀਟ ਸਕੁਅਰ ਬਣਾਉਣ ਦੀ ਸ਼ਰਤ ਕੀ ਹੁੰਦੀ ਹੈ? ਪਹਿਲਾਂ ਇਹਦਾ ਕੋਐਫੀਸ਼ੀਐਂਟ ਯੂਨਿਟੀ ਹੋਣਾ ਚਾਹੀਦਾ। ਯੈਸ ਇਟ ਇਜ਼ ਦਾ ਯੂਨਿਟੀ। x ਦਾ ਕੋਐਫੀਸ਼ੀਐਂਟ ਕਿੰਨਾ ਸੀ? 6 ਦਾ ਹਾਫ 3 ਦਾ ਸਕੁਅਰ 9। ਅਸੀਂ ਐਡ ਕਰ ਦਾਂਗੇ। ਕਿੰਨੀ ਕਰਦੇ ਸੀ? ਸਬਸਟ੍ਰੈਕਟ। ਕਿੰਨਾ ਹੋ ਗਿਆ? 6 ਦਾ ਹਾਫ 3 ਦਾ ਸਕੁਅਰ 9। ਮਤਲਬ 9 ਦਾ ਸੀ ਥਰਡ ਨੰਬਰ ਤੇ ਐਡ ਕਰਨਾ, ਫਿਫਥ ਨੰਬਰ ਤੇ ਸਬਟ੍ਰੈਕਟ ਕਰਨਾ। ਮੈਂ ਤੁਹਾਨੂੰ ਅੱਗੇ ਵੀ ਯਾਦ ਕਰਵਾ ਲੈਂਦੇ ਕਿ ਥਰਡ ਤੇ ਫਿਫਥ ਪਲੇਸ ਹੀ ਤੇ ਕਰਿਆ ਕਰੋ ਐਡ ਤੇ ਸਬਟ੍ਰੈਕਸ਼ਨ। ਇੱਥੇ ਕਿੰਨਾ ਆ ਜਾਊਗਾ? x²। ਇੱਥੇ ਮੈਨੂੰ ਕੀ ਲਿਖੂਗੀ? 3 ਦਾ ਸਕੁਅਰ, ਯਾਨੀ ਕਿ ਆ ਮੇਰਾ ਕੀ ਬਣ ਗਿਆ? ਫਾਰਮੂਲਾ a² b² 2ab ਕੀ ਬਣ ਗਿਆ? a - b ਦਾ ਹੋਲ ਸਕੁਅਰ। a - b ਦਾ ਹੋਲ ਸਕੁਅਰ। ਠੀਕ ਹੈ,
उस तो बाद ਇਹਦਾ ਕੀ ਬਣ ਗਿਆ 13 माइनस 9 कितना आ गया 4 4 ਨੂੰ से ਕੀ लिख सकते हैं 2 लिख सकते हैं ठीक है। ਹੁਣ कंपेयर करो मेरा वाला फॉर्मूला बन गया जो ਹੁਣ ਇੱਥੇ x ਦਾ ਨਾਮ ਕੀ ਆ ਇੱਥੇ ਕੀ ਆਊਗਾ x ਦਾ ਨਾਮ x 3 ਇਹਦਾ ਨਾਮ ਕੀ ਆਊਗਾ 2 ਇੱਥੇ ਕੀ ਆਊਗਾ x 3 2 ਕਰ ਲਓ ਮੂਰੇ ਪਲੱਸ ਹੈ ਮੈਂ ਮੂਰੇ ਪਲੱਸ ਹੈ ਉੱਥੇ ਮਾਈਨਸ ਮੈਂ ਟੈਨ ਵਾਲਾ ਫਾਰਮੂਲਾ ਹਾਂ ਟੈਨ ਵਾਲਾ ਸੌਰੀ ਇਹਨਾਂ ਦੋਨਾਂ ਚ ਕੋਈ ਫਾਰਮੂਲਾ ਨਹੀਂ ਲੱਗਿਆ ਰਹਿੰਦਾ ਕਿ ਸਾਡਾ ਆਹ ਫਾਰਮੂਲਾ ਬਣਨਾ ਫਾਰਮੂਲਾ ਟੈਨ ਇਨਵਰਸ x ਔਰ a ਇੱਥੇ x ਦਾ ਨਾਮ ਕੀ ਹੈ x 3 a ਦਾ ਨਾਮ ਕੀ ਹੈ 2 ਹਾਂ ਇਹ ਤਿੰਨੇ ਫਾਰਮੂਲੇ ਬਹੁਤ ਆਉਂਦੇ ਆ ਸਾਨੂੰ। नेक्स्ट थर्ड एग्जांपल देखो थर्ड एग्जांपल ਤੁਸੀਂ ਆਪਣੇ ਆਪ ਕਰਕੇ ਦੇਖਣੀ ਹੈ ਕਿਉਂਕਿ ਅਸੀਂ ਮੈਥ ਵਾਲੇ ਦਾ ਕੰਮ ਕਰਨੀ ਨਹੀਂ ਇਹਦੇ ਵਿੱਚ ਪਾਰਸ਼ੀਅਲ ਫ੍ਰੈਕਸ਼ਨ ਕੀਤੀ ਹੈ ਪਾਰਸ਼ੀਅਲ ਫ੍ਰੈਕਸ਼ਨ ਦਾ ਅਸੀਂ ਅਗਲੇ ਚੈਪਟਰ 'ਚ ਪੜ੍ਹਦੇ ਹਾਂ ਹਲੇ ਤੱਕ ਅਸੀਂ ਪਾਰਸ਼ੀਅਲ ਫ੍ਰੈਕਸ਼ਨ ਨਹੀਂ ਆਉਂਦੀ ਬਟ ਅਸੀਂ ਉੱਪਰ ਕੀ ਦੇਖਿਆ ਲੀਨੀਅਰ ਇਕੁਏਸ਼ਨ ਦਾ ਨੀਚੇ ਕੀ ਆ ਕੁਆਡ੍ਰੈਟਿਕ ਜਾਂ ਅਸੀਂ ਪਿਛਲੇ ਰੂਲਸ ਦੇ ਅਨੁਸਾਰ ਦੇਖਿਆ ਕਿ ਉੱਪਰ ਪਾਵਰ ਘੱਟ ਹੈ ਨੀਚੇ ਪਾਵਰ ਜ਼ਿਆਦਾ ਤਾਂ ਅਸੀਂ ਉੱਪਰ ਡਾਇਗਰਾਮ ਬਣਾਉਣਾ जिससे एक ही सब्जेक्ट का रूल अलग है क्योंकि एक का डेरिवेटिव की बनना 2x 3 डिनोमिनेटर का डेरिवेटिव की बनना 2x 3 मैं ऊपर 2x 3 मैंने इकट्ठा बनाना औखा क्योंकि बीच कांस्टेंट है जी मैंने पहला सेपरेट करके बनाना ये ज्यादा सौखा ये भी एक ट्रिक है क्योंकि जो भी ਅਸੀਂ ਇੱਥੇ ਐਡ ਤੇ ਸਬਟ੍ਰੈਕਟ ਕਰਾਂਗੇ ਉਸ ਨੂੰ ਦੋਨੋਂ ਹੀ ਹਿੱਲਣਗੇ ਇੱਕ ਨੂੰ ਸਹੀ ਕਰਾਂਗੇ ਦੂਜਾ ਹਿੱਲ ਜਾਊਗਾ ਦੂਜੇ ਨੂੰ ਸਹੀ ਕਰਾਂਗੇ ਪਹਿਲਾ ਹਿੱਲ ਜਾਊਗਾ ਇਸ ਲਈ ਪਹਿਲਾਂ ਦੋਨੋਂ ਨੂੰ ਇਕੱਲੇ ਇਕੱਲੇ ਕਰਨਾ ਠੀਕ ਹੈ। ਹੁਣ ਮੈਂ ਬਣਾਵਾਂ ਡੈਰੀਵੇਟਿਵ ਆ 3 ਵੀ ਬਾਹਰ ਚਲੇ ਗਿਆ ਠੀਕ ਹੈ ਇਧਰੋਂ 5 ਵੀ ਬਾਹਰ ਚਲੇ ਗਿਆ ਜਿੰਨਾ ਖਾਲੀ ਹੋਊਗਾ ਉੱਪਰ ਉਹਨਾਂ ਵਧੀਆ ਹੁਣ ਆ ਤਾਂ ਖਾਲੀ ਹੈ ਉੱਪਰ ਆ ਤਾਂ ਤੁਹਾਡਾ ਪੁਰਾਣਾ ਮੈਥਡ ਬਣ ਗਿਆ ਬੋਲੋ ਇਹਦਾ ਕੀ ਬਣਾਂਗੇ ਕੰਪਲੀਟ ਸਕੁਅਰ ਫਿਰ ਉਹ ਫਾਰਮੂਲਾ ਲੱਗ इधर से की करेंगे ऊपर डेरिवेटिव इधर देखो ऊपर x आ मतलब ये लीनियर होगी x असली डेरिवेटिव बनाना x के होने को होना चाहिए 2 ना मल्टीप्लाई की 2 ना डिवाइड फिर प्लस 3 अपने को लोग ने ऐड किया अपने को लोग ने माइनस किया हुन इथों मेनू मतलब इथों तक हुन मैं इथों ब्रेक कर दूंगा इथों ब्रेक करके की दूंगा 3/2 2x 3 x square plus 3x minus 18 मैं इसको ब्रेक किया minus 10 अपॉन दिस minus 10 के बाद आ गया होगा ये माइनस आ गया आ 10 तो 10 हो गया 9/2 इंटीग्रेशन ऑफ इधर अंदर dx होता ਹੁਣ ਤੁਸੀਂ ਇਹ ਇੰਟੀਗ੍ਰੇਸ਼ਨ ਲੱਗ ਕਰਨਾ ਨਾ ਇਹ ਵੀ ਹਲੇ ਅਸੀਂ ਮੰਨ ਲਓ ਕਿ आ दोनों से कितने ਅਸੀਂ ਇਹਨੂੰ ਕਾਮਨ ਕੱਢ ਕੇ 9/2 + 5 ਇਹਨੂੰ ਇਕੱਠਾ ਕਾਂਸਟੈਂਟ ਆਈ ਦੀ ਇਕੱਠੀ ਇੰਟੀਗ੍ਰੇਸ਼ਨ ਕਰ ਸਕਦੇ ਮਤਲਬ ਕਿ ਮੈਂ ਕਹਿ ਰਹੀ ਹਾਂ ਕਿ ਕੋਈ ਇੰਟੀਗ੍ਰੇਸ਼ਨ ਤੁਸੀਂ ਕਾਮਨ ਕੱਢ ਲਓ ਇੱਥੇ ਬ੍ਰੈਕਟ ਚ ਕੀ ਰਹਿ ਗਿਆ -9/2 + 5 ਇਹ ਜਿਹੜਾ ਬਾਹਰ ਆ ਜਾਊਗਾ ਇਧਰੋਂ ਤੁਸੀਂ ਸੋਲਵ ਕਰ ਲਓ ਇਹਦਾ ਸਿੱਧਾ ਹੀ ਸੋਲਵ ਕੀ ਕਰਨਾ ਤਾਂ ਹੋ ਹੀ ਗਿਆ ਕੀ ਆਇਆ ਇਹਦਾ ਆਨਸਰ 3/2 log of x डिनोमिनेटर क्योंकि ਇਹਦਾ ਡੈਰੀਵੇਟਿਵ ਉੱਪਰ ਗਿਆ log of डिनोमिनेटर बस ਇਹਦਾ ਕੰਪਲੀਟ ਸਕੁਅਰ ਬਣਾਉਣਾ ਇਹਨੂੰ ਸੋਲਵ ਕਰਕੇ ਦੇਖੋ ਕਿੰਨਾ ਆਜੂਗਾ ਕਿੰਨਾ ਆਜੂਗਾ 1/2 मतलब प्लस का है ना ਇਹਦੇ ਬਾਅਦ 1/2 प्लस का जो भी इंटीग्रेशन है समझ लगी एक बार दोबारा देख लो मेरी ओरिजिनल स्टेटमेंट ਇਹ ਸੀਗੀ ਇੱਥੋਂ ਮੈਂ ਸਮਾਰਟ ਵਰਕ ਕੀਤਾ ਦੋਨਾਂ ਨੂੰ ਕੀ ਕਰ ਲਿਆ 3x ਦੀ ਲੱਗ ਇੰਟੀਗ੍ਰੇਸ਼ਨ ਦਾ ਘਰ ਬਣਾਤਾ 5 ਦਾ ਲੱਗ ਘਰ ਬਣਾਤਾ 3x ਤੋਂ 3 ਬਾਹਰ ਚਲ ਗਿਆ 5 ਦੇ ਵਿੱਚੋਂ 5 ਬਾਹਰ ਚਲ ਗਿਆ ਇੱਥੇ ਕੌਣ ਰਹਿ ਗਿਆ ਸੀ ਇਕੱਲਾ x ਆਪਣੇ ਮਤਲਬ ਲਈ ਮੈਂ ਇੱਥੇ 2x ਬਣਾਉਣਾ ਸੀ 2x ਨਾਲ ਮਲਟੀਪਲਾਈ ਕੀਤੀ ਉਹਨੂੰ ਬੈਲੈਂਸ ਕਰਨ ਲਈ ਕੀ ਕੀਤਾ ਡਿਵਾਈਡ ਆਪਣੇ ਮਤਲਬ ਲਈ ਮੈਨੂੰ ਇੱਥੇ 3 ਚਾਹੀਦਾ ਸੀ ਐਡ 3 ਸਬਟ੍ਰੈਕਟ 3 ਇੱਥੋਂ ਆਪਣੇ ਮਤਲਬ ਨਾਲ ਸਪਲਿਟਿੰਗ ਕੀਤੀ ਆ ਦੋਨੋਂ ਨੂੰ ਇਕੱਠਾ ਕਰਤਾ ਆ ਹੋਏਗੀ ਜਿਹਦਾ ਡੈਰੀਵੇਟਿਵ ਉੱਪਰ ਹੁੰਦਾ ਉਹਦੀ ਇੰਟੀਗ੍ਰੇਸ਼ਨ ਕੀ ਹੁੰਦੀ ਹੈ log of डिनोमिनेटर बस आ दोनों ਨੂੰ ਕੀ ਕਰਤਾ ਇਕੱਠਾ ਕਰਤਾ क्लियर
ਅਗਲਾ ਨੈਕਸਟ ਸਾਡਾ ਰੂਲ ਇਹ ਆ ਕਿ ਅਗਰ ਸਾਡਾ ਕੋਈ ਨਿਊਮੀਨੇਟਰ 'ਚ ਔਡ ਪਾਵਰ ਹੋਵੇ, ਡਿਨੋਮੀਨੇਟਰ 'ਚ ਈਵਨ ਪਾਵਰ ਹੋਵੇ, ਤਾਂ ਇੱਕ ਟ੍ਰਿਕ ਕਹਿ ਲਓ ਇੰਟੀਗ੍ਰੇਸ਼ਨ ਦੀ, ਜਿੰਨੀਆਂ ਅਸੀਂ ਪਿਛਲੀਆਂ ਯਾਦ ਕੀਤੀਆਂ ਉਹ ਯਾਦ ਰੱਖਣ ਦੇ ਨਾਲ ਨਾਲ ਤੁਸੀਂ ਇਹ ਵੀ ਯਾਦ ਰੱਖਣੀ ਆ ਕਿ ਅਗਰ ਸਾਡਾ ਨਿਊਮੀਨੇਟਰ 'ਚ ਔਡ ਪਾਵਰ ਆ, ਡਿਨੋਮੀਨੇਟਰ 'ਚ ਈਵਨ ਪਾਵਰ ਆ, ਤਾਂ ਅਸੀਂ ਈਵਨ ਪਾਵਰ ਵਾਲੇ 'ਚ ਉਹਨੂੰ ਕਨਵਰਟ ਕਰ ਲੈਣਾ। ਈਵਨ ਸਪਲਿਟ ਹੋ ਸਕਦਾ ਨਾ ਪਾਵਰ 2 'ਚ, ਜੇ x ਦੀ ਪਾਵਰ 6 ਆ ਉਹਨੂੰ ਕੀ ਲਿਖ ਸਕਦੇ ਹਾਂ, x ਦੀ ਪਾਵਰ 2 ਦਾ ਹੋਲ ਕਿਊਬ, ਠੀਕ ਹੈ। ਐਵੇਂ ਜੇ 8 ਆ ਤਾਂ x ਸਕੁਅਰ ਦੀ ਪਾਵਰ 4 ਹੈ ਨਾ। ਤਾਂ ਕਹਿੰਦੇ ਵੀ x ਸਕੁਅਰ ਨੂੰ t ਪੁੱਟ ਕਰ ਲਓ, ਉਸ ਤੋਂ ਬਾਅਦ ਸਮ ਹੋ ਜਾਊਗਾ ਈਜ਼ੀਲੀ। ਹੁਣ ਦੇਖੋ ਇਸ ਸਮ ਦੇ ਵਿੱਚ ਤੁਹਾਡੇ ਕੋਲ ਮੈਥ ਹੈਗੇ ਆ, x4 ਨੂੰ ਮੈਂ ਸਪਲਿਟ ਕਰ ਲਿਆ x ਦੇ ਸਕੁਅਰ ਦਾ ਸਕੁਅਰ, x ਸਕੁਅਰ ਨੂੰ ਕੀ ਪੁੱਟ ਕਰ ਲਿਆ, t ਪੁੱਟ ਕਰ ਲਿਆ। ਡਿਫਰੈਂਸ਼ੀਏਟ ਬੋਥ ਸਾਈਡ, ਜੇ ਤੁਸੀਂ t ਪੁੱਟ ਕੀਤਾ ਦੇਖੋ ਨੀਚੇ ਕੀ ਬਣ ਗਈ, ਕੁਆਡਰੇਟਿਕ ਇਕੁਏਸ਼ਨ 1/2 ਇੰਟੀਗ੍ਰੇਸ਼ਨ dt t ਸਕੁਅਰ ਪਲਸ t ਪਲਸ 1 ਕੀ ਬਣ ਗਈ, ਕੁਆਡਰੇਟਿਕ ਇਕੁਏਸ਼ਨ। ਇਹਦਾ ਕੰਪਲੀਟ ਸਕੁਅਰ ਬਣਾ ਕੇ ਫਾਰਮੂਲਾ ਲਗਾਣਾ ਬਸ। ਉਸ 5th ਐਗਜ਼ਾਮਪਲ ਰਹਿਣ ਦਿਓ, ਇੰਨੀ ਲੈਂਥ ਐਗਜ਼ਾਮਪਲ ਕਿਸੇ 'ਚ ਨਹੀਂ ਆਣੀ। 6th ਐਗਜ਼ਾਮਪਲ ਇੰਪੋਰਟੈਂਟ ਹੈ, ਇਹ ਦੇਖੋ 6th ਐਗਜ਼ਾਮਪਲ ਦੇ ਵਿੱਚ ਸਮਾਰਟ ਵਰਕ ਹੈ, ਤੁਸੀਂ ਆਪਣੇ ਆਪ ਦੇਖਣਾ ਕਿਹਨੂੰ ਸਬਸਟੀਟਿਊਟ ਕਰੋਗੇ। ਇੱਕ ਵਾਰ ਸਟੇਟਮੈਂਟ 'ਤੇ 2 ਮਿੰਟ ਕੰਸਨਟਰੇਟ ਕਰੋ, ਤੁਹਾਨੂੰ ਪਤਾ ਚੱਲ ਜੂਗਾ ਅਸੀਂ ਕਿਹਨੂੰ ਪੁੱਟ ਕਰਨਾ। ਦੇਖੋ ਜੇ ਤੁਸੀਂ ਇਕੱਲੇ tan ਨੂੰ ਪੁੱਟ ਕਰਦੇ ਆ ਤਾਂ ਉੱਪਰ ਮੇਰਾ tan ਦਾ ਡੈਰੀਵੇਟਿਵ ਸੈਕੰਡ ਸਕੁਅਰ ਤਾਂ ਪਿਆ, ਬਟ ਉੱਪਰ ਇੱਕ ਹੋਰ tan ਸਕੁਅਰ ਪਿਆ। ਵੈਸੇ ਤਾਂ ਅਦਰਵਾਈਜ਼ ਅਸੀਂ tan ਨੂੰ ਪੁੱਟ ਕਰਨਾ ਸੀ, ਉੱਪਰ ਸੈਕੰਡ ਸਕੁਅਰ ਪਿਆ, tan ਨੂੰ ਪੁੱਟ ਕਰ ਸਕਦੇ ਸੀ, ਬਟ ਇੱਕ ਐਕਸਟਰਾ tan ਸਕੁਅਰ ਵੀ ਪਿਆ। ਇਹ ਚੀਜ਼ ਤੁਸੀਂ ਪੜ੍ਹੀ ਹੋਈ ਆ, ਜੇ ਨਿਊਮੀਨੇਟਰ 'ਚ ਪਾਵਰ ਘੱਟ ਆ ਤਾਂ ਨੀਚੇ ਜੇ ਪਾਵਰ ਉਸੇ ਫੰਕਸ਼ਨ ਦੀ ਜ਼ਿਆਦਾ ਤਾਂ ਆਪਾਂ ਨੂੰ ਪੁੱਟ ਕਰ ਸਕਦੇ ਆ। ਹੁਣ ਤੁਹਾਨੂੰ ਪਤਾ tan ਸਕੁਅਰ ਕਿਹਦਾ ਡੈਰੀਵੇਟਿਵ ਹੋਊਗਾ, tan ਕਿਊਬ ਦਾ, ਇਸ ਕਰਕੇ ਆਪਾਂ ਕਿਹਨੂੰ ਪੁੱਟ ਕਰ ਲਿਆ, tan ਕਿਊਬ ਨੂੰ। ਫਿਰ ਪਹਿਲਾਂ ਪਾਵਰ ਦਾ ਡੈਰੀਵੇਟਿਵ ਹੋਊਗਾ 3 tan ਸਕੁਅਰ, ਫਿਰ ਇਨਟੂ ਡੈਰੀਵੇਟਿਵ ਆਫ ਓਨਲੀ ਫੰਕਸ਼ਨ, tan ਦਾ ਡੈਰੀਵੇਟਿਵ ਕੀ ਹੋ ਗਿਆ, ਸੈਕੰਡ ਸਕੁਅਰ। ਆ ਸਾਰਾ ਰੈਡੀਮੇਡ ਸਾਡੇ ਕੋਲ ਉੱਪਰ ਮਿਲ ਗਿਆ, tan ਸਕੁਅਰ ਸੈਕੰਡ ਸਕੁਅਰ, tan ਸਕੁਅਰ ਸੈਕੰਡ ਸਕੁਅਰ ਇਜ਼ ਇਕੁਅਲ ਟੂ dt। ਤਾਂ ਇਹਨੂੰ ਅਸੀਂ ਆ 3 ਐਕਸਟਰਾ ਸੀ 3 ਉੱਧਰ ਲਿਆਂਦਾ, dt/3 ਸਾਰਾ ਕਨਵਰਟ ਕਰਕੇ ਇੱਥੇ ਪਹੁੰਚ ਗਏ dt 1 - t ਸਕੁਅਰ। ਕਿੰਨਾ ਸੌਖਾ ਸਮ ਬਣ ਗਿਆ। ਇਹ ਸਮ ਇੰਪੋਰਟੈਂਟ ਹੈ, ਇੱਦਾਂ ਦੇ ਹੀ ਪੇਪਰ 'ਚ ਆਉਂਦੇ ਆ ਕਿ ਸਟੇਟਮੈਂਟ ਪਹਿਲਾਂ ਦੇਖਣ 'ਤੇ ਡਰਾ ਦਿੰਦੇ ਆ, ਬਟ ਪੁੱਟ ਕਰਨ ਤੋਂ ਬਾਅਦ ਕੁਛ ਵੀ ਨਹੀਂ ਰਹਿ ਜਾਂਦਾ। ਇਹ ਆਰਾਮ ਨਾਲ ਤੁਹਾਡਾ 4 ਨੰਬਰ ਦਾ ਬਣਦਾ ਕੁਐਸਚਨ। 6th ਕੁਐਸਚਨ ਦੈਟ ਇਜ਼ ਇੰਪੋਰਟੈਂਟ।